ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਬਜਟ ਸੈਸ਼ਨ ਵਿੱਚ ਤਿੱਖੀ ਬਹਿਸ। ਇਹ ਬਹਿਸ ਕਿਹਦੇ ਵਿਚਕਾਰ ਹੋਈ, ਕੀ ਹੋਈ, ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਆਤਿਸ਼। ਹਮੀਰ ਜੀ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਅੱਜ ਬਜਟ 'ਤੇ ਜਿਹੜੀ ਵਿਚਾਰ ਚਰਚਾ ਹੋਈ ਹੈ, ਵਿਚਾਰ ਚਰਚਾ ਤੋਂ ਪਹਿਲਾਂ ਜਿਹੜੇ ਸਵਾਲ ਪੁੱਛੇ ਗਏ ਨੇ ਉਹਨਾਂ ਸਵਾਲਾਂ 'ਤੇ ਕਈ ਵਾਰ ਜਿਹੜਾ ਹੈਗਾ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਆਮੋ ਸਾਹਮਣੇ ਖੜੀ ਦਿਖਾਈ ਦਿੱਤੀ ਹੈ। ਅਤੇ ਗੱਲ ਕਰੀਏ ਅੱਜ ਦੇ ਬਜਟ ਸੈਸ਼ਨ 'ਚ ਤਾਂ ਯੂਪੀ ਦੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਜਿਹੜਾ ਮੁੱਦਾ ਹੈ ਉਹ ਬਹੁਤ ਹੀ ਭਖ ਕੇ ਸਾਹਮਣੇ ਆਇਆ। ਬਹੁਤ ਲੰਬੀ ਉਸ 'ਤੇ ਜਿਹੜਾ ਇੱਕ ਵਿਵਾਦ ਖੜ੍ਹਾ ਹੋਇਆ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਸੀ ਅਤੇ ਇਹ ਵਿਵਾਦ ਕੀ ਜਿਹੜਾ ਅੱਜ ਸੈਸ਼ਨ 'ਚ ਸੁਣਨ ਨੂੰ ਮਿਲਿਆ। ਅਸਲ ਦੇ ਵਿੱਚ ਨਾਰਮਲ ਤਰੀਕਾ ਆਪਾਂ ਪਹਿਲਾਂ ਪੁਰਾਣੀਆਂ ਗੱਲਾਂ ਸੁਣਦੇ ਸੀ ਬਾਹੂਬਲੀਆਂ ਦੀਆਂ, ਜਿਹੜੇ ਚਾਹੇ ਯੂਪੀ ਦੇ ਵਿੱਚ ਸੀ, ਬਿਹਾਰ ਦੇ ਵਿੱਚ ਸੀ, ਜਿਹੜੇ ਜੇਲ੍ਹਾਂ 'ਚੋਂ ਬੈਠ ਕੇ ਸਾਰਾ ਆਪਣੇ ਕੰਮਾਂ ਨੂੰ ਅੰਜਾਮ ਦਿੰਦੇ ਸੀ। ਅਤੇ ਸਾਡੇ ਉਹ ਜਿਹੜਾ ਸ਼ਬਦ ਗੈਂਗਸਟਰ ਦੇ ਰੂਪ ਦੇ ਵਿੱਚ ਆ ਗਿਆ ਬਾਹੂਬਲੀ ਵਾਲਾ। ਅਤੇ ਮੁਖਤਾਰ ਅੰਸਾਰੀ ਦਾ ਮਤਲਬ ਇਹ ਹੈ ਕਿ ਉਹਦੇ 'ਤੇ ਯੂਪੀ ਦੇ ਵਿੱਚ ਜਾਂ ਵੱਖ-ਵੱਖ ਥਾਵਾਂ 'ਤੇ ਬਹੁਤ ਸਾਰੇ ਸੀਰੀਅਸ ਇਲਜ਼ਾਮ ਸੀ, ਸੀਰੀਅਸ ਕਿਸਮ ਦੇ ਕੇਸ ਦਰਜ ਸੀ। ਅਤੇ ਜਿਵੇਂ ਆਮ ਆਪਣੇ ਆਉਂਦਾ ਨਾ ਲਾਰੈਂਸ ਬਿਸ਼ਨੋਈ, ਹੁਣ ਇਹਨਾਂ ਮਾਮਲਿਆਂ ਦੇ ਵਿੱਚ ਉੱਥੇ ਦਿੱਲੀ ਹਾਈ ਕੋਰਟ ਚਲਾ ਗਿਆ ਵੀ ਮੈਨੂੰ ਪੰਜਾਬ 'ਚ ਨਾ ਭੇਜੋ, ਮਾਰ ਦੇਣਗੇ, ਜਾਂ ਬਾਕੀ ਕਿਤੇ ਜਾਊਗਾ ਜਾਂ ਇਹੋ ਜਿਹਾ ਕੁਛ। ਤਾਂ ਨਾਰਮਲੀ ਉਹਦੇ ਵਕੀਲਾਂ ਨੇ ਵੀ ਇਹ ਅਪਰੋਚ ਕੀਤੀ ਹੋਣੀ ਹੈ, ਜਾਂ ਉਹਦਾ ਜਿਹੜਾ ਪੋਲੀਟੀਕਲ ਕਲਾਊਡ ਸੀ, ਪੋਲੀਟੀਕਲ ਪ੍ਰਭਾਵ, ਉਹ ਪ੍ਰਭਾਵ ਵਰਤਿਆ। ਦਿੱਲੀ ਦੇ ਕਿਸੇ ਵੱਡੇ ਆਗੂਆਂ ਨੇ, ਜਿਹੜੇ ਕਾਂਗਰਸ ਦੇ ਬਹੁਤ ਵੱਡੇ ਆਗੂਆਂ ਨੇ ਕਿਹਾ ਵੀ ਤੁਸੀਂ ਆਪਣੇ ਸਟੇਟ 'ਚ ਰੱਖ ਲਓ ਜਿੱਥੇ ਤੁਹਾਡਾ ਰਾਜ ਹੈ ਜੀ। ਤਾਂ ਉਹਦੇ 'ਚ ਸੁਭਾਵਿਕ ਹੈ ਫਿਰ ਇੱਥੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀਗੇ, ਅਤੇ ਜਾਂ ਉਦੋਂ ਬਾਅਦ ਫਿਰ ਚੰਨੀ ਵੀ, ਜਾਂ ਵੱਖ-ਵੱਖ ਲੋਕ ਜਿਹੜੇ ਵੀ ਚਲੋ ਉਹ ਇੱਥੇ ਜਿਹੜੇ ਰੱਖਿਆ ਗਿਆ ਉਹਨਾਂ ਨੂੰ ਰੋਪੜ ਜੇਲ੍ਹ ਦੇ ਵਿੱਚ। ਅਤੇ ਜੇਲ੍ਹ ਦੇ ਵਿੱਚ ਇਹ ਕਿਹਾ ਜਾਂਦਾ ਇਲਜ਼ਾਮ ਜਿਹੜਾ ਅੱਜ ਫਿਰ ਟੌਪਿਕ ਆਇਆ, ਜਿਹੜੇ ਈਵਨ ਰੋਪੜ ਤੋਂ MLA ਵੀ ਨੇ ਅਤੇ ਮੰਤਰੀ ਨੇ ਹਰਜੋਤ ਬੈਂਸ, ਅਤੇ ਉਹਨਾਂ ਇਹਦੇ 'ਤੇ ਚੱਲਦੇ ਹੋਏ ਇਹ ਲਿਆਂਦਾ ਕਿ ਸਰਕਾਰ ਨੇ ਕਿਵੇਂ ਨਾ ਕੇਵਲ ਇੱਕ ਕ੍ਰਿਮੀਨਲ ਨੂੰ, ਇੱਕ ਅਪਰਾਧੀ ਬੰਦੇ ਨੂੰ ਲਗਾਤਾਰ ਇੱਥੇ ਰੱਖਿਆ, ਜਦ ਕਿ ਉਹ ਦੂਜੀ ਸਰਕਾਰ ਦੀ ਸਰਦਾਰਦੀ ਸੀ, ਸਾਡੀ ਕੀ ਸਰਦਾਰਦੀ ਸੀ, ਉਹਨੂੰ ਪੂਰਾ ਉਹਦੇ ਐਸ਼ੋ ਆਰਾਮ ਦਾ ਪ੍ਰਬੰਧ ਕੀਤਾ। ਉਹਦਾ ਤਾਂ ਇਹ ਵੀ ਕਹਿਣਾ ਸੀ ਕਿ ਜਿੱਥੇ 25-30 ਬੰਦੇ ਰਹਿਣੇ ਚਾਹੀਦੇ ਨੇ ਉੱਥੇ ਇਕੱਲਾ ਬੰਦਾ ਰਹਿੰਦਾ ਸੀ, ਕੀ ਰਹਿੰਦਾ ਸੀ ਨਹੀਂ ਰਹਿੰਦਾ ਸੀ, ਉਦੋਂ ਬਾਅਦ ਦੇ ਸਵਾਲ ਨੇ ਜਾਂਚ ਦੇ। ਅਤੇ ਨਾਲ ਦੀ ਨਾਲ ਇਹ ਹੈ ਕਿ ਜੇ ਉੱਥੋਂ ਦੀ ਸਰਕਾਰ, ਯੂਪੀ ਦੀ ਸਰਕਾਰ ਅਦਾਲਤ 'ਚ ਜਾ ਕੇ ਇਹ ਮੰਗਦੀ ਸੀ ਰਾਈਟ ਕਿ ਉਹ ਸਾਡਾ ਅਪਰਾਧੀ ਹੈ ਅਤੇ ਅਸੀਂ ਇੱਥੇ ਲਿਆਉਣਾ, ਤਾਂ ਪੰਜਾਬ ਸਰਕਾਰ ਉਹਦੇ ਵਾਸਤੇ ਵਕੀਲ ਖੜ੍ਹੇ ਕਰਦੀ ਸੀ ਜੀ। ਔਰ ਉਹਨਾਂ ਵਕੀਲਾਂ ਦਾ ਖਰਚਾ ਮਤਲਬ 55 ਲੱਖ ਅਜੇ ਬਕਾਇਆ ਪਿਆ। ਅਤੇ ਉਹਦੀ ਗੱਲ, ਇੱਕ ਗੱਲ ਵਾਜਬ ਲੱਗਦੀ ਹੈ ਕਿ ਅਸੀਂ ਕਿਉਂ ਦਈਏ, ਮਤਲਬ ਪੰਜਾਬ ਕਿਉਂ ਦੇਵੇ ਕਿਸੇ ਤੀਜੇ ਬੰਦੇ ਲਈ, ਜਾਂ ਕੋਈ ਇਸ ਲੈਵਲ ਦੀ ਗੱਲ ਹੈ, ਜਾਂ ਕੋਈ ਜੈਨੂਨ ਆਦਮੀ ਹੋਵੇ ਤਾਂ ਵੀ ਹੈ। ਇੱਕ ਤਾਂ ਮਤਲਬ ਬੜੇ ਸੰਗੀਨ ਜੁਰਮ ਨੇ, ਅਤੇ ਸੰਗੀਨ ਜੁਰਮਾਂ ਵਾਲਾ ਬੰਦਾ ਇੱਥੇ ਰੱਖਿਆ ਹੋਇਆ, ਔਰ ਜਿਹਦੇ 'ਚ ਇਹ ਕਹਿੰਦੇ ਵੀ ਸੁਣੇ ਗਏ ਮਤਲਬ ਈਵਨ ਕਾਂਗਰਸ ਦੇ ਤਰਫ ਤੋਂ ਕਿ ਸੁਖਜਿੰਦਰ ਰੰਧਾਵਾ ਵੀ, ਕਿ ਉਹ ਅਸੀਂ ਥੋੜ੍ਹੀ ਕੀਤਾ, ਉਹ ਆਰਡਰ ਕਿਤੋਂ ਹੋਰ ਆਉਂਦੇ ਨੇ ਜੀ। ਮਤਲਬ ਇਹ ਹੈ ਕਿ ਜਿਹੜੇ ਬੰਦੇ ਫਿਰ ਤੁਸੀਂ ਮਤਲਬ ਆਮ ਆਦਮੀ ਪਾਰਟੀ 'ਤੇ ਇੱਕ ਦੋਸ਼ ਲਾਉਂਦੇ ਹੋ ਕਿ ਆਰਡਰ ਦਿੱਲੀ ਤੋਂ ਆ ਰਿਹਾ ਜੀ, ਜਿਹੜਾ ਕਿ ਆ ਰਿਹਾ, ਇਹ 'ਚ ਕੋਈ ਦੋ ਰਾਮਾ ਨਹੀਂ ਹੈ ਨਾ। ਅਤੇ ਤੁਹਾਡਾ ਵੀ ਜੇ ਆਰਡਰ ਫਿਰ ਉੱਥੇ ਹੀ ਆਉਂਦਾ ਸੀ ਤਾਂ ਬਖਰੇਵਾਂ ਕੀ ਹੋਇਆ? ਬਿਲਕੁਲ। ਤਾਂ ਦੋਨਾਂ ਦਾ ਤੁਸੀਂ ਸਾਰੇ ਰਲ ਮਿਲ ਕੇ ਜਿਹਦੀ ਵੀ ਸੱਤਾ 'ਚ ਹੋਊਗੀ ਅਤੇ ਕਿਤੋਂ ਵੀ ਆਰਡਰ ਆਏਗਾ, ਅਤੇ ਪੰਜਾਬ ਦਾ ਕੀ ਬਣਿਆ ਫਿਰ? ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ, ਪੰਜਾਬ ਦੇ ਲੋਕਾਂ ਦੇ ਟੈਕਸਾਂ 'ਚੋਂ ਕਿਸੇ ਇਹੋ ਜਿਹੇ ਬੰਦਿਆਂ 'ਤੇ ਖਰਚ ਕਰ ਦੇਣਾ, ਇਹ ਕਿਸ ਤਰ੍ਹਾਂ ਵਾਜਬ ਹੈ ਜੀ? ਬਿਲਕੁਲ। ਜੇ ਤੁਹਾਡੀ ਪਰਸਨਲ ਦੋਸਤੀ ਮਿੱਤਰਤਾ ਹੈ ਤਾਂ ਸਰਕਾਰੀ ਖਜ਼ਾਨੇ ਦੇ ਬਜਾਏ ਪਰਸਨਲ ਖਰਚ ਕਰੋ, ਉਹਦੀ ਮਦਦ ਕਰੋ, ਜੋ ਮਰਜ਼ੀ ਕਰੋ, ਜੋ ਵੀ ਤੁਸੀਂ ਉਹ ਕਰਦੇ ਹੋ। ਇੱਕ ਤਾਂ ਇਹ ਪਹਿਲੂ ਹੈ ਇਹਦਾ। ਦੂਜਾ ਪਹਿਲੂ ਇਹਦਾ ਇਹ ਹੈ ਕਿ ਕਿਵੇਂ ਡਾਇਰੈਕਟ ਸੰਬੰਧ ਨਾ ਹੁੰਦੇ ਹੋਏ ਵੀ ਲੋਕ ਅਪਰਾਧੀਆਂ ਦੇ ਗੱਠਜੋੜ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰਕਾਰੀ ਤੌਰ 'ਤੇ, ਜਿਹਦੇ 'ਚੋਂ ਇਹ ਇਹੋ ਜਿਹਾ ਹੀ ਕੇਸ ਹੈ ਇੱਕ, ਜਿਹੜਾ ਸਿਆਸਤਦਾਨ, ਅਪਰਾਧੀ ਅਤੇ ਪੁਲਿਸ ਦੇ ਵਿੱਚ ਇੱਕ ਗੱਠਜੋੜ ਦਾ ਮਾਮਲਾ ਹੈ। ਮਤਲਬ ਇਹ ਜਿਹੜਾ ਅੰਸਾਰੀ ਦਾ ਮਾਮਲਾ, ਬਿਲਕੁਲ ਇਹਦੇ 'ਤੇ ਮੈਨੂੰ ਲੱਗਦਾ ਇਹ ਬਹਿਸ ਹੋਈ। ਪ੍ਰਤਾਪ ਬਾਜਵਾ ਨੇ ਟਰਾਈ ਕੀਤੀ ਥੋੜ੍ਹਾ ਜਿਹਾ ਉਹਨੂੰ ਉਹ ਕਰਨ ਦੀ, ਪੈਸੀਫਾਈ ਕਰਨ ਦੀ, ਵੀ ਚਲੋ ਜੋ ਹੋ ਗਿਆ ਜਾਂ ਐਂ ਹੋ ਗਿਆ ਉਹ ਹੋ ਗਿਆ। ਪਰ ਮੈਨੂੰ ਲੱਗਦਾ ਕਿ ਇਹੋ ਜਿਹੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ, ਔਰ ਜਾਂਚ ਹੋ ਕੇ ਜਿਹੜੇ ਵੀ ਦੋਸ਼ੀ ਬਣਦੇ ਨੇ, ਚਾਹੇ ਉਹ ਪਰਸਨਲ ਲੈਵਲ 'ਤੇ ਜਿਹੜਾ ਮਰਜ਼ੀ ਹੈ, ਅਤੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜੀ। ਹਮੀਰ ਜੀ, ਅਸੀਂ ਜਾਣਨਾ ਚਾਹਾਂਗੇ ਵੀ ਕਿ ਕੱਲ੍ਹ ਜਿਹੜਾ ਹੈਗਾ ਪੰਜਾਬ ਦਾ ਬਜਟ ਪੇਸ਼ ਕੀਤਾ ਆਮ ਆਦਮੀ ਪਾਰਟੀ ਨੇ, ਅਤੇ ਅੱਜ ਬਜਟ 'ਤੇ ਚਰਚਾ ਹੋਈ ਹੈ ਵੀ ਕਿ ਅੱਜ ਜਿਹੜਾ ਇਹ ਬਜਟ 'ਤੇ ਚਰਚਾ ਹੋਈ ਹੈ ਤਾਂ ਉਸ ਦੌਰਾਨ ਹੋਰ ਕਿਹੜੇ ਮੁੱਦਿਆਂ ਨੂੰ ਜਿਹੜਾ ਹੈਗਾ ਉਭਾਰਿਆ ਗਿਆ, ਕਿਹੜੇ ਪੰਜਾਬ ਦੇ ਮਸਲਿਆਂ ਬਾਰੇ ਗੱਲਬਾਤ ਹੋਈ ਹੈ, ਉਸ ਬਾਰੇ ਵੀ ਜ਼ਰੂਰ ਚਾਨਣਾ ਪਾਓ। ਇੱਕ ਤਾਂ ਬਜਟ 'ਤੇ ਹੀ ਬਹਿਸ ਸਟਾਰਟ ਹੋਈ ਹੈ। ਬਹਿਸ ਸਟਾਰਟ ਹੋਏ ਅਤੇ ਸਭ ਤੋਂ ਪਹਿਲਾਂ ਰਾਜਾ ਵੜਿੰਗ ਮਤਲਬ ਕਾਂਗਰਸ ਦੀ ਤਰਫ ਤੋਂ ਜਿਹੜੇ ਬੋਲੇ ਨੇ,
ਉਹਨਾਂ ਨੇ ਕਈ ਸਵਾਲ ਮਤਲਬ ਕਈ ਚੁਸਕੀਆਂ ਵੀ ਲਈਆਂ ਤੇ ਕਈ ਸਵਾਲ ਵੀ ਸਾਹਮਣੇ ਰੱਖੇ ਉਸ ਮਾਮਲੇ ਦੇ ਵਿੱਚ। ਪਹਿਲਾਂ ਤਾਂ ਉਹਨਾਂ ਨੇ ਇਹ ਸਵਾਲ ਰੱਖਿਆ ਮਤਲਬ ਬਾਕੀ ਦੇ ਮਾਮਲੇ 'ਚ ਜਿਵੇਂ ਆਮ ਲੋਕ ਇੱਕ ਟੀਚਰ ਦੇ ਰੂਪ 'ਚ ਵੀ ਕਹਿੰਦੇ ਨੇ ਤੇ ਸ਼ਾਇਦ ਹਕੀਕਤ ਵੀ ਉਹਦੇ ਨੇੜੇ ਤੇੜੇ ਕਈ ਵਾਰ ਹੁੰਦੀ ਹੈ। ਉਹ ਕਹਿੰਦੇ ਨੇ ਬਜਟ ਤੁਸੀਂ ਬਣਾਇਆ ਹੀ ਨਹੀਂ ਹੈ ਜੀ, ਇਹ ਬਜਟ ਦਿੱਲੀ ਤੋਂ ਆਇਆ ਤੇ ਦਿੱਲੀ ਤੋਂ ਆ ਗਿਆ ਤੇ ਤੁਸੀਂ ਪੜ੍ਹਤਾ ਹੈ। ਇਸੇ ਕਰਕੇ ਤੇ ਦਿੱਲੀ ਦੀ ਛਾਪ ਨਜ਼ਰ ਆਉਂਦੀ ਹੈ, ਪੰਜਾਬ ਦੀ ਛਾਪ ਨਜ਼ਰ ਨਹੀਂ ਆਉਂਦੀ ਕਿ ਪੰਜਾਬ ਦੇ ਜਿਹੜੇ ਅਸਲ 'ਚ ਮੁੱਦੇ ਸੀ ਉਹਦੇ 'ਚ ਨਜ਼ਰ ਨਹੀਂ ਆਉਂਦੇ ਜਾਂ ਬਾਕੀ ਦੀ ਗੱਲ ਹੈ। ਦੂਜਾ ਇਹ ਸਵਾਲ ਜਿਹੜਾ ਉਹਨਾਂ ਦੇ ਸਾਹਮਣੇ ਕੀਤਾ ਗਿਆ ਕਿ ਜਿੰਨਾ ਕਰਜ਼ਾ ਹੈ ਕਰਜ਼ੇ ਨੂੰ ਘਟਾਉਣ ਲਈ ਤੁਸੀਂ ਕੁਛ ਨਹੀਂ ਕੀਤਾ। ਉਹਦਾ ਆਪਣਾ ਬੋਲਣਾ ਸੀ, ਉਹ ਕਹਿ ਰਿਹਾ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਆਈ ਹੈ ਉਦੋਂ ਅਸੀਂ ਸਾਡਾ ਇੱਕ ਅੰਦਾਜ਼ਾ ਸੀ ਅਸੀਂ 44,000 ਕਰੋੜ ਕਰਜ਼ਾ ਲੈਣ ਕੇ ਸਰੂਗਾ ਸਾਨੂੰ ਬੜਾ ਪੂਰੇ 5 ਸਾਲ 'ਚ। ਉਹ ਕਹਿੰਦਾ ਤੁਹਾਡਾ 55,000 ਕਰੋੜ ਦਾ ਟਾਰਗੇਟ ਹੈ ਕਰਜ਼ਾ ਲੈਣ ਦਾ ਅਗਲੇ ਉਹਦੇ 'ਚ, ਇਹਦੇ ਪਿੱਛੇ ਤੁਹਾਡਾ ਜਵਾਬ ਦਿਓ। ਜਵਾਬ ਵਿੱਤ ਮੰਤਰੀ ਉਦੋਂ ਦੇਣਗੇ ਜਦੋਂ ਸਾਰਿਆਂ ਦੀ ਬਹਿਸ ਤੋਂ ਬਾਅਦ ਇੱਕ ਕਨਕਲੂਡ ਕਰਦੇ ਨੇ ਬੰਦੇ। ਅਤੇ ਇੱਕੋ ਨੇ ਦਾਅਵਾ ਹੋਰ ਕੀਤਾ ਕਿ ਜਿਹੜਾ ਤੁਸੀਂ ਰੇਤੇ 'ਤੇ ਕਹਿੰਦੇ ਰਹੇ ਹੋ ਰੇਤ ਮਾਈਨਿੰਗ 'ਤੇ ਕਿ ਅਸੀਂ 20,000 ਕਰੋੜ ਰੁਪਈਆ ਵਾਧੂ ਕਮਾ ਲਾਂਗੇ, ਜਿਹਦੇ 'ਚ ਉਹ ਕਹਿੰਦਾ ਕਿ ਜੇਕਰ 20,000 ਕਮਾ ਲਓਗੇ ਮੈਂ ਕਦੇ ਵੀ ਜ਼ਿੰਦਗੀ 'ਚ ਸਿਆਸਤ 'ਚ ਨਹੀਂ ਆਊਂਗਾ ਜਾਂ ਬਾਕੀ ਵਿਧਾਨ ਸਭਾ ਚੜ੍ਹ ਦੂੰ ਜਿਹੋ ਜਿਹਾ ਤਰੀਕਾ ਵੀ ਉਹ ਲੋਕ ਅਪਣਾਉਂਦੇ ਨੇ ਆਪਣੇ ਤਰੀਕੇ ਦੇ ਨਾਲ। ਪਰ ਉਹਦਾ ਮਤਲਬ ਇਹ ਦੋ ਗੱਲਾਂ ਨੇ। ਇਹ ਠੀਕ ਗੱਲ ਹੈ ਕਿ ਰੇਤੇ 'ਚੋਂ ਸ਼ਾਇਦ ਇੰਨੇ ਪੈਸੇ ਨਾ ਆਉਣ, ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਕਰਪਸ਼ਨ ਹੋਈ ਨਹੀਂ ਜੀ। ਉਹਦਾ ਮਤਲਬ ਇੱਕ ਤਾਂ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਹੁੰਦੀ ਹੈ ਨਾ ਵੀ ਉੱਥੇ ਕਰਪਸ਼ਨ ਕੋਈ ਨਹੀਂ ਹੋਈ, ਨਾ ਲੁੱਟ ਕੀਤੀ ਹੈ ਪ੍ਰਾਈਵੇਟ ਬੰਦਿਆਂ ਨੇ ਅਤੇ ਐਵੇਂ ਹੀ ਜਾਂ ਤੁਸੀਂ ਤਾਂ ਕਹਿ ਰਹੇ ਹੋ। ਅਤੇ ਉਸ 'ਚੋਂ ਕਿੰਨਾ ਰੈਵਨਿਊ ਆਇਆ ਕਿੰਨਾ ਨਹੀਂ ਆਇਆ ਇਹ ਉਦੋਂ ਅਗਲੀ ਗੱਲ ਹੈ। ਇਹ ਠੀਕ ਹੈ ਕਿ ਹੋ ਸਕਦਾ ਆਮ ਆਦਮੀ ਪਾਰਟੀ ਨੇ ਵੀ ਅੰਦਾਜ਼ਾ ਮਾਰਕੇਬਾਜ਼ੀ ਵਾਲਾ ਲਾਇਆ ਹੋਵੇ ਅਤੇ ਹਕੀਕਤ ਦਾ ਪਤਾ ਨਾ ਹੋਵੇ ਅਤੇ ਉਹਨੇ ਪੈਸੇ ਨਾ ਆ ਸਕਦੇ ਹੋਣ ਔਰ ਨਾ ਹੀ ਆਉਣ ਦੀ ਸੰਭਾਵਨਾ ਹੋਵੇ। ਪਰ ਲੋਕਾਂ ਦੇ ਪੰਜਾਬ ਦੇ ਲੋਕਾਂ ਦੇ ਪਰਸੈਪਸ਼ਨ ਦੇ ਵਿੱਚ ਵੀ ਇਹ ਗੱਲ ਹੈ, ਧਾਰਨਾ ਦੇ ਵਿੱਚ ਵੀ ਔਰ ਹਕੀਕਤ ਦੇ ਵਿੱਚ ਵੀ ਲੋਕ ਮੰਨਦੇ ਨੇ ਨੇੜੇ ਇਲਾਕਿਆਂ ਦੇ ਕਿ ਕਿੰਨੇ ਕਿੰਨੇ ਟਰੱਕ ਕਿੰਨੀਆਂ ਕਿੰਨੀਆਂ ਟਰਾਲੀਆਂ ਕਿਸ ਲੈਵਲ ਦੀ ਪਰਚੀ 'ਤੇ ਜਾਂਦੀਆਂ ਰਹੀਆਂ ਨੇ। ਔਰ ਬਣਦਾ ਤਾਂ ਇਹ ਹੈ ਵੈਸੇ ਕਿ ਇਕੱਲਾ ਕਹਿਣ ਦੇ ਤੌਰ ਦੇ ਉੱਤੇ ਨਹੀਂ, ਜਿਹੜੀ ਮਾਈਨਿੰਗ ਦਾ ਇਸ਼ੂ ਵੀ ਹੈ ਜਾਂ ਇਹੋ ਜਿਹੇ ਕਿੰਨੇ ਇਸ਼ੂ ਨੇ ਇਹਨਾਂ ਦੀ ਪਿਛਲੇ 20 ਸਾਲਾਂ ਦੀ ਘੱਟੋ ਘੱਟ ਕੋਈ 20-25 ਸਾਲਾਂ ਦੀ ਕੋਈ ਜਾਂਚ ਹੋਣੀ ਚਾਹੀਦੀ ਹੈ। 20-25 ਸਾਲਾਂ ਦੀ ਜਾਂਚ ਐਵੇਂ ਤਾਂ ਹੋਏਗੀ ਨਹੀਂ। 20-25 ਸਾਲਾਂ ਦੀ ਜਾਂਚ ਦੇ ਵਾਸਤੇ ਇੱਕ ਕੋਈ ਕਮਿਸ਼ਨ ਮੁਕਰਰ ਹੋਵੇ ਅਤੇ ਜਿਹੜੇ ਕਮਿਸ਼ਨ ਨੂੰ ਇਹ ਹੱਕ ਹੋਵੇ ਸਾਰੇ ਕਿਤੇ ਸਾਰੀਆਂ ਗੱਲਾਂ ਸਭ ਨੂੰ ਸੰਮਣ ਕਰਨ ਦਾ, ਸਭ ਤੋਂ ਉਹਦੇ ਬਿਆਨ ਜਾਣਨ ਦਾ, ਅਤੇ ਉਹ ਕਮਿਸ਼ਨ ਨੂੰ ਇਹ ਵੀ ਹੱਕ ਹੋਵੇ ਕੇਵਲ ਉਹ ਸਿਫਾਰਸ਼ੀ ਬਾਡੀ ਨਾ ਹੋਵੇ, ਉਹਦੀਆਂ ਜਿਹੜੀਆਂ ਸਿਫਾਰਸ਼ਾਂ ਹੋਣਗੀਆਂ ਉਹ ਲਾਗੂ ਹੋਣ ਯੋਗ ਹੋਣ, ਤਾਂ ਕਿ ਫਿਰ ਉਹਦੇ 'ਚ ਕਿਸੇ ਵੀ ਧਿਰ ਦਾ ਕੋਈ ਵੀ ਬੰਦਾ ਹੋਵੇ ਜਿਹਨੇ ਇੱਕ ਤਾਂ ਉਹ ਬਣਾਇਆ ਸਾਧਨਾਂ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ, ਉਹ ਬੰਦੇ ਵੀ ਉਹ ਸ਼ਾਮਲ ਹੋ ਜਾਣਗੇ। ਅਤੇ ਵੱਖ-ਵੱਖ ਕਿਸਮ ਦੇ ਜਿਹੜੇ ਰੇਤੇ ਤੋਂ ਲੈ ਕੇ ਵੱਖ-ਵੱਖ ਸਕੀਮਾਂ ਜਾਂ ਵੱਖ-ਵੱਖ ਖੇਤਰਾਂ ਦੇ ਵਿੱਚੋਂ ਜੋ ਲੁੱਟ ਕੀਤੀ ਹੈ ਉਹ ਗੱਲ ਵੀ ਸਾਬਤ ਹੋਵੇ। ਜਿਹੜੇ ਲੋਕ ਉਹ ਉਹਦੇ 'ਚ ਪਾਏ ਗਏ ਦੋਸ਼ੀ ਉਹਨਾਂ ਖਿਲਾਫ ਕਾਰਵਾਈ ਹੋਵੇ, ਉਹਨਾਂ ਦੀ ਜਾਇਦਾਦਾਂ ਤੋਂ ਰਿਟਰਨ ਵਾਪਸ ਲੈ ਕੇ ਅਤੇ ਉਹ ਪੰਜਾਬ ਦੇ ਖਜ਼ਾਨੇ ਨੂੰ ਠੀਕ ਹੈ ਉਹਦੇ 'ਚੋਂ ਕੋਈ ਫਾਇਦਾ ਹੋ ਸਕਦਾ ਜੇਕਰ ਇਸ ਟਾਈਪ ਦਾ ਕੋਈ ਗੱਲ ਸਾਹਮਣੇ ਆਵੇ। ਨਹੀਂ ਤਾਂ ਇੱਕ ਪੋਲੀਟੀਕਲ ਸਕੋਰ ਤੱਕ ਸੀਮਿਤ ਹੋ ਜਾਊਗਾ। ਉਹਨੇ 4 ਗੱਲਾਂ ਬੋਲਤੀਆਂ ਦਿਲਚਸਪੀ ਹੋਊਗੀ, ਦੂਜੇ ਨੇ 4 ਗੱਲਾਂ ਬੋਲਤੀਆਂ, ਸਕੋਰ ਸੈਟਲ ਕਰਨ ਵਾਲਾ ਜਿਹੜਾ ਇੱਕ ਮਾਮਲਾ ਹੁੰਦਾ ਨਾ ਵੀ ਪੋਲੀਟੀਕਲੀ ਆਪਾਂ ਨੂੰ ਫਾਇਦਾ ਹੋ ਗਿਆ। ਪੋਲੀਟੀਕਲੀ ਫਾਇਦਾ ਨਹੀਂ, ਪੰਜਾਬ ਬਹੁਤ ਗਹਿਰੇ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ ਔਰ ਬਹੁਤ ਗਹਿਰੇ ਜਿਹੜੇ ਕੁਦਰਤੀ ਸਰੋਤਾਂ ਦੇ ਸੰਕਟ 'ਚੋਂ ਗੁਜ਼ਰ ਰਿਹਾ। ਇਹਨੂੰ ਸੀਰੀਅਸ ਤਰੀਕੇ ਦੇ ਨਾਲ ਲੈਣ ਦੀ ਲੋੜ ਹੈ ਕਿ ਇਕੱਲੀ ਬਹਿਸ ਇਕੱਲੀ ਉੱਥੇ ਤੱਕ ਨਾ ਰਹੇ ਜੇ ਕਿਹੜੀ ਜੁਮਲੇਬਾਜ਼ੀ ਤੱਕ ਕਿ ਤੁਸੀਂ ਮੈਨੂੰ ਕਹਿਤਾ ਮੈਂ ਤੁਹਾਨੂੰ ਕਹਿਤਾ ਅਤੇ ਚਲੋ ਹੁਣ ਠੀਕ ਹੀ ਹੈ ਬਾਕੀ ਗੱਲ, ਜਾਂ ਇਹ ਅੰਜਾਮ ਤੱਕ ਪਹੁੰਚੇ। ਅੰਜਾਮ ਤੱਕ ਪਹੁੰਚਣ ਦੇ ਲਈ ਕੋਈ ਤਰੀਕਾ ਹੁੰਦਾ ਅਤੇ ਉਹ ਤਰੀਕਾ ਅਡੋਪਟ ਕਰਨਾ ਚਾਹੀਦਾ ਜੀ। ਹਮੀਰ ਜੀ, ਅੱਜ ਦੇ ਬਜਟ ਸੈਸ਼ਨ ਦੇ ਵਿੱਚ ਕੇਂਦਰ ਦੀ ਅਗਨੀਵੀਰ ਯੋਜਨਾ ਬਾਰੇ ਵੀ ਜਿਹੜਾ ਹੈਗਾ ਕਾਫੀ ਦੇਰ ਬਹਿਸ ਹੁੰਦੀ ਰਹੀ ਹੈ ਅਤੇ ਹੁਣ ਇਹ ਵੀ ਫੈਸਲਾ ਕੀਤਾ ਗਿਆ ਵੀ ਕਿ ਇਹ ਬਜਟ ਸੈਸ਼ਨ ਦੇ ਵਿੱਚ ਹੀ ਇੱਕ ਮਤਾ ਵੀ ਲਿਆਂਦਾ ਜਾਵੇਗਾ ਇਹ ਅਗਨੀਵੀਰ ਯੋਜਨਾ ਨੂੰ ਲੈ ਕੇ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਜਿਹੜਾ ਮਾਮਲਾ ਕੀ ਸੀਗਾ ਅਤੇ ਮਤਾ ਕੀ ਲਿਆਉਣ ਦੀ ਗੱਲ ਚੱਲ ਰਹੀ ਹੈ। ਇਹ ਮੇਰੇ ਖਿਆਲ ਪ੍ਰਤਾਪ ਬਾਜਵਾ ਉਹਨਾਂ ਨੇ ਜਾਂ ਕਿਸੇ ਨੇ ਉਹ ਇਸ਼ੂ ਉਠਾਇਆ ਜਿਹੜਾ ਵੀ ਅਗਨੀਪਥ ਦਾ ਜਿਹੜਾ ਮਾਮਲਾ ਅਗਨੀਵੀਰ ਦਾ ਮਾਮਲਾ ਹੈ ਵੀ ਇਹ ਬੱਚਿਆਂ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਬੇਇਨਸਾਫੀ ਹੋ ਰਹੀ ਹੈ, ਕਿਸ ਤਰੀਕੇ ਨਾਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਰਕੇ ਇਹਦੇ 'ਤੇ ਕਾਫੀ ਆਪਣੇ ਵੱਲੋਂ ਬੋਲਿਆ ਵੀ ਹਾਂ ਬਿਲਕੁਲ ਵਾਜਬ ਹੈ। ਜਿਹੜੀ ਵੀ ਗੱਲ ਸੰਵਿਧਾਨਕ ਤੌਰ 'ਤੇ ਜਾਂ ਕਾਨੂੰਨੀ ਤੌਰ 'ਤੇ ਜਾਂ ਰੁਜ਼ਗਾਰ ਦਾ ਜਿਹੜਾ ਬੇਸਿਕ ਸੰਕਟ ਹੈ, ਉਹਨਾਂ ਨੇ ਕਈ ਵਾਰ ਤੰਜ ਵੀ ਕੱਸਿਆ ਵੀ ਜਿਹੜਾ ਰੁਜ਼ਗਾਰ ਦੇ ਸਵਾਲ ਨੇ ਉਹ ਕਿੱਥੇ ਨੇ। 2 ਕਰੋੜ ਰੁਜ਼ਗਾਰ ਮੋਦੀ ਦੇਣਾ ਚਾਹੁੰਦੇ ਸੀ ਜਾਂ ਬਾਕੀ ਕਰਨਾ ਚਾਹੁੰਦੇ ਸੀ, ਇਹ ਕਿੱਥੇ ਗਿਆ। ਰੁਜ਼ਗਾਰ ਸਭ ਤੋਂ ਬੜਾ ਇਸ਼ੂ ਹੈ ਅਤੇ ਉਹ ਜਿਹੜੇ ਬੱਚੇ ਨੇ ਉਹਨਾਂ ਦੇ 4 ਸਾਲ ਲਵਾ ਕੇ 4 ਸਾਲ ਤੋਂ ਬਾਅਦ ਉਹ ਕੀ ਕਰਨਗੇ, ਜਿਹੜੀਆਂ ਉਹ ਸਾਰੀਆਂ ਦਲੀਲਾਂ ਨੇ।
ਤੇ ਨਾਲ ਹੀ ਜਿਹੜਿਆਂ ਨੇ ਬੋਲਿਆ, ਚਾਹੇ ਬਾਜਵਾ ਨੇ ਬੋਲਿਆ, ਕਿਸੇ ਨੇ ਵੀ, ਉਹ ਕਹਿੰਦੇ ਨੇ ਵੀ ਉਹ ਤੁਹਾਡੇ ਲਈ ਲੜਦੇ ਨਹੀਂ ਹੈ, ਮਰਦੇ। 4 ਸਾਲ ਵਾਲਾ ਤੁਹਾਡੇ ਲਈ ਕਿਉਂ ਮਰ ਮਿਟੂਗਾ? ਜੀ ਬਿਲਕੁਲ। ਤੁਹਾਡੇ ਮਤਲਬ ਬਾਰਡਰ ਤੇ ਆ ਕੇ ਆਪਣੀ ਜਾਨ ਗਵਾਊਗਾ ਜੰਗ-ਏਜ ਦੇ ਵਿੱਚ। ਇਸ ਲਈ ਫੌਜ ਦੀ ਇੱਕ ਆਪਣੀ ਤਸੀਰ ਹੁੰਦੀ ਹੈ ਤੇ ਆਪਣਾ ਕੰਮ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਕਿ ਤੁਸੀਂ ਇਹਨੂੰ ਵਾਪਸ ਮਤਲਬ ਵਾਪਸ ਲੈਣਾ ਚਾਹੀਦਾ। ਪਰ ਨਾਲ ਦੀ ਨਾਲ ਬੀਜੇਪੀ ਦੇ ਵੀ ਪ੍ਰਧਾਨ ਨੇ ਜਿਹੜੇ ਸੂਬੇ ਦੇ, ਤੇ ਐਮਐਲਏ ਵੀ ਨੇ, ਅਸ਼ਵਨੀ ਸ਼ਰਮਾ ਜੀ, ਉਹਨਾਂ ਨੇ ਇਹਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਵੀ ਕੀਤੀ। ਬਲਕਿ ਅਸ਼ਵਨੀ ਸ਼ਰਮਾ ਨੇ ਤਾਂ ਕਈ ਕੈਲਕੂਲੇਸ਼ਨਾਂ ਕਰਕੇ ਕਹਿਤੀਆਂ ਵੀ 47 ਲੱਖ ਰੁਪਇਆ ਜਿਹੜੇ ਜਵਾਕ ਕੋਲ ਹੋ ਜਾਊਗਾ ਉਹ ਤਾਂ ਸਭ ਤੋਂ ਬੈਸਟ ਹੈ ਜੀ, ਉਨੇ ਚਿਰ ਤਾਂ ਨੌਕਰੀ ਨਹੀਂ ਮਿਲਦੀ ਹੁੰਦੀ, ਇੰਨੀ ਉਮਰ ਹੈ, ਫਲਾਨਾ ਹੈ। ਉਹ ਕਿਸੇ ਨੇ ਬਾਅਦ 'ਚ ਪੁੱਛਿਆ ਵੀ ਭਾਈ ਸਾਹਿਬ ਇਹ 47 ਲੱਖ ਕਿੱਥੋਂ ਆ ਗਿਆ 12 ਲੱਖ ਤੋਂ ਬਾਅਦ? ਉਹ ਕਹਿੰਦਾ ਜੀ ਸਾਰੇ ਜੋੜ ਲਓ ਜਿੰਨਾ ਵੀ ਸ਼ੁਰੂ ਤੋਂ ਉਹਨੂੰ ਮਿਲਣਗੇ ਜਿੰਨੇ ਕੁ ਪੈਸੇ, ਮਤਲਬ 47 ਲੱਖ ਇਕੱਠਾ ਹੀ ਰਹੂਗਾ, ਉਹਦਾ ਖਰਚ ਨਹੀਂ ਹੋਊਗਾ ਕਦੇ ਵੀ, ਜਿਹੜਾ ਜ਼ਿੰਦਗੀ 'ਚ ਜੋ ਉਹਨੂੰ ਤਨਖਾਹ ਮਿਲਦੀ ਹੈ। ਪਰ ਇਹਦੇ ਵਿੱਚ ਹੀ ਇਸ ਕਸਮਕਸ 'ਚ ਫਿਰ ਫੈਸਲਾ ਇਹ ਜਨਰਲੀ ਹੋਇਆ ਕਿ ਸਾਨੂੰ ਇਹਦੇ 'ਤੇ ਮਤਾ ਲਿਆਉਣਾ ਚਾਹੀਦਾ, ਗੌਰਮੈਂਟ ਆਫ ਇੰਡੀਆ ਨੂੰ ਵਿਧਾਨ ਸਭਾ ਦਾ ਮੈਸੇਜ ਜਾਣਾ ਚਾਹੀਦਾ ਕਿ ਇਹ ਨਹੀਂ ਹੈ ਠੀਕ, ਤੇ ਇਹਨੂੰ ਬਾਕੀ ਉਹ ਕਰ ਲਓ। ਇੱਕ ਫੈਕਟ ਉਹ 'ਚ ਕਿੰਨੇ ਠੀਕ ਸਹੀ ਗੱਲ ਹੈ ਕਿ ਨਹੀਂ ਪਤਾ, ਪਰ ਬਾਜਵਾ ਨੇ ਬੋਲਿਆ ਕਿ ਸਾਡੇ 7 ਤੋਂ 8% ਨੌਜਵਾਨ ਜਿਹੜੇ ਫੌਜ 'ਚ ਜਾਂਦੇ ਰਹੇ ਨੇ ਪੰਜਾਬ ਤੋਂ, ਤੇ ਜੇ ਇਹ ਲਾਗੂ ਹੋ ਜਾਂਦੀ ਹੈ ਤਾਂ ਸਾਡੇ 2.5% ਰਹਿ ਜਾਣਗੇ। ਤੇ ਜੇਕਰ ਇਸ ਲੈਵਲ ਦੀ ਗੱਲ ਜੇ ਤੱਥ ਸਹੀ ਹੈ ਤਾਂ ਇਹਦਾ ਮਤਲਬ ਇਹ ਵੀ ਇੱਕ ਬੜਾ ਵੱਡਾ ਲਾਸ ਜਿਹੜਾ ਹੋ ਜਾਂਦਾ, ਕਿਉਂਕਿ ਹੁਣ ਰੁਜ਼ਗਾਰ ਜਾਂ ਪੁਲਿਸ 'ਚ ਹੈ ਜਾਂ ਫੌਜ 'ਚ ਹੈ ਜਾਂ ਕਿਤੇ ਹੋਰ ਤਾਂ ਰੁਜ਼ਗਾਰ ਬਚੇ ਹੀ ਨਹੀਂ ਬਹੁਤ ਵੱਡੇ ਪੱਧਰ 'ਤੇ ਕਿਧਰੇ। ਇਸੇ ਕਰਕੇ ਇੱਕ ਹੋਰ ਗੱਲ ਵੀ ਨਾਲ ਜੋੜੀ, ਸੁਖਪਾਲ ਖਹਿਰੇ ਦੇ ਕਹਿਣ 'ਤੇ ਸੁਖਪਾਲ ਖਹਿਰੇ ਨੇ ਮੁੱਦਾ ਉਠਾਇਆ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਸੰਵਿਧਾਨ ਦਿੰਦਾ, ਫਰੀਡਮ ਆਫ ਸਪੀਚ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਜਿਹੜੇ ਆ ਟਵਿੱਟਰ ਵੀ ਹਟਾ ਦਿੱਤੇ ਗਏ, ਇੱਕ ਤਾਂ SYL ਗਾਣਾ ਉਹਦਾ ਹਟਾ ਦਿੱਤਾ ਗਿਆ ਸਿੱਧੂ ਮੂਸੇਵਾਲੇ ਦਾ। ਇਹਦੇ ਤੋਂ ਇਲਾਵਾ ਜਿਹੜੇ ਕਿਸਾਨਾਂ ਦੇ 2 ਟਵਿੱਟ ਨੇ ਉਹ ਵੀ ਬੰਦ ਕਰ ਦਿੱਤੇ ਗਏ। ਟਰੈਕਟਰ ਟੂ ਕੀ ਸੀਗਾ ਇੱਕ ਤਾਂ ਟਵੀਟ, ਬਿਲਕੁਲ ਜੀ, ਟਰੈਕਟਰ ਟੂ ਟਵਿੱਟਰ, ਤੇ ਇੱਕ ਕਿਸਾਨ ਏਕਤਾ ਮੰਚ ਦਾ ਆਪਣਾ ਸੀਗਾ, ਉਹ ਸਾਰੇ ਜਿਹੜੇ ਹਟਾਤੇ। ਉਹ ਤਾਂ ਇਕੱਲੀ ਇੱਕ ਡੈਮੋਕ੍ਰੇਟਿਕ ਸਟਰਗਲ ਲੜੀ ਹੈ, ਉਹਦੇ 'ਚ ਕਿਹੜੇ ਇਤਰਾਜ਼ਯੋਗ ਚੀਜ਼ਾਂ ਨੇ, ਕੀ ਹੈ, ਤੇ ਕਿਉਂ ਗੌਰਮੈਂਟ ਆਫ ਇੰਡੀਆ ਨੇ ਦਖਲ ਦੇ ਕੇ ਉਹਨਾਂ ਨੂੰ ਹਟਾਇਆ? ਘੱਟੋ ਘੱਟ ਵੀ ਇਹ ਆਵਾਜ਼ ਸਾਨੂੰ ਉਠਾਉਣੀ ਚਾਹੀਦੀ ਹੈ। ਫਿਰ ਮੇਰਾ ਖਿਆਲ ਹੈ ਸਰਕਾਰ ਦੀ ਤਰਫੋਂ ਵੀ ਉਹਨਾਂ ਨੇ ਯਕੀਨ ਦਿਵਾਤਾ ਵੀ ਕੋਈ ਗੱਲ ਨਹੀਂ, ਆਪਾਂ ਉਹ ਸਾਰੇ ਜਿਹੜੇ ਵੀ ਫਰੀਡਮ ਆਫ ਸਪੀਚ ਨਾਲ ਸੰਬੰਧਿਤ ਹੋਏ ਉਹਨਾਂ ਨੂੰ ਆਪਾਂ ਵਿੱਚ ਸ਼ਾਮਲ ਕਰ ਲਾਂਗੇ। ਹੁਣ ਇਹ ਉਦੋਂ ਪਤਾ ਲੱਗਣਾ ਜਦੋਂ 30 ਤਰੀਕ ਨੂੰ ਜੇ ਮਤਾ ਆਉਂਦਾ ਕਿਸ ਤਰੀਕੇ ਦਾ ਆਉਂਦਾ। ਇਹ 2 ਮਹੱਤਵਪੂਰਨ ਜਿਹੜੇ ਚਰਚਿਤ ਇਸ਼ੂ ਨੇ, ਮਤਲਬ ਇਹਦੇ 'ਤੇ ਵਿਧਾਨ ਸਭਾ ਦੇ ਵਿੱਚ ਇੱਕ ਆਮ ਸਹਿਮਤੀ ਵਰਗੀ ਬਣਦੀ ਨਜ਼ਰ ਆਈ ਹੈ ਬੀਜੇਪੀ ਦੇ ਐਮਐਲਏ ਨੂੰ ਛੱਡ ਕੇ। ਜੀ ਹਮੀਰ ਜੀ, ਇਹ ਤਾਂ ਸੀ ਬਜਟ ਸੈਸ਼ਨ ਦੀ ਗੱਲ। ਇਸ ਦੇ ਨਾਲ ਹੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ, ਜਿਸ 'ਤੇ ਕਈ ਤਰ੍ਹਾਂ ਦੇ ਸਵਾਲ ਪਹਿਲੇ ਦਿਨ ਤੋਂ ਖੜੇ ਹੋ ਰਹੇ ਸੀ, ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਵੀ ਜਿਹੜਾ ਹੈਗਾ ਠੇਕਿਆਂ ਦੀ ਅਲਾਟਮੈਂਟ 'ਤੇ ਰੋਕ ਲਗਾ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਹੈ? ਨਹੀਂ, ਜਿੰਨੀ ਕੁ ਸੂਚਨਾ ਉਹਦੇ 'ਚ ਹਾਈ ਕੋਰਟ ਨੇ ਰੋਕ ਨਹੀਂ ਲਗਾਈ, ਤੇ ਪੰਜਾਬ ਸਰਕਾਰ ਨੂੰ 5 ਜੁਲਾਈ ਲਈ ਨੋਟਿਸ ਦਿੱਤਾ, ਕਿਉਂਕਿ ਵਕੇਸ਼ਨ ਬੈਂਚ ਚੱਲਦੇ ਨੇ ਤੇ ਉਸ ਲਿਹਾਜ਼ ਨਾਲ ਇਹ ਹੈ। ਔਰ ਨਾਰਮਲੀ ਵੀ ਇਹ ਹੁੰਦਾ ਹੈ ਕਿ ਗੌਰਮੈਂਟਾਂ ਦੀਆਂ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ, ਪਾਲਿਸੀਜ਼ 'ਤੇ ਨਾਰਮਲੀ ਕੋਰਟਾਂ ਦਖਲ ਨਹੀਂ ਦਿੰਦੀਆਂ, ਕੋਰਟਾਂ ਦਖਲ ਦਿੰਦੀਆਂ ਨੇ ਜੇ ਕੋਈ ਕਾਨੂੰਨ ਬਣ ਜੇ ਉਹ ਸੰਵਿਧਾਨ ਦੇ ਖਿਲਾਫ ਹੋਵੇ, ਜੇ ਕੋਈ ਸਾਬਤ ਕਰਦੇ ਕਿ ਆਹ ਕਾਨੂੰਨਾਂ ਦੇ ਮਾਮਲੇ ਦੇ ਵਿੱਚ ਜਾਂ ਬਾਕੀ ਦੇ ਮਾਮਲੇ 'ਚ। ਪਾਲਿਸੀ ਗੌਰਮੈਂਟ ਦਾ ਪ੍ਰੈਰੋਗੇਟਿਵ ਹੁੰਦਾ। ਉਹਨਾਂ ਨੇ ਕੇਵਲ ਇੰਨਾ ਸੁਣਿਆ ਵੀ ਸਾਡੇ ਕੋਲੇ ਠੇਕੇਦਾਰ ਆਏ ਨੇ ਤੇ ਇਹ ਠੇਕੇਦਾਰਾਂ ਦੀ ਸੁਣੀ ਜਾਣੀ ਚਾਹੀਦੀ ਹੈ, ਤੁਸੀਂ ਕਿਉਂ ਨਹੀਂ ਸੁਣੀ ਜਾਂ ਕੀ ਤੁਸੀਂ ਤੁਹਾਡਾ ਕਹਿਣਾ ਇਹਦੇ 'ਤੇ ਉਹਦੇ 'ਚ ਜਵਾਬ ਫਾਈਲ ਕਰੋ ਉਸ ਲੈਵਲ ਦਾ। ਆਪਾਂ ਨੂੰ ਪਤਾ ਕਿ ਜਦੋਂ ਤੋਂ ਇਹ ਮਾਮਲਾ ਚੱਲ ਰਿਹਾ, ਹੁਣ 30 ਜੂਨ ਤੱਕ ਪੁਰਾਣੀ ਪਾਲਿਸੀ ਚੱਲ ਰਹੀ ਹੈ, ਬਿਲਕੁਲ, ਤੇ ਉਦੋਂ ਬਾਅਦ ਨਵੀਂ ਪਾਲਿਸੀ ਕੀ ਇਹ ਮੱਝਧਾਰ 'ਚ ਫਸ ਜਾਏਗੀ? ਕੀ ਜੇਕਰ ਇਹ ਇਸ ਤਰੀਕੇ ਦੇ ਨਾਲ ਨਹੀਂ, ਹੁਣ ਠੇਕੇਦਾਰ ਕੋਆਪਰੇਟ ਕਰ ਰਹੇ, ਸਹਿਯੋਗ ਨਹੀਂ ਦੇ ਰਹੇ, ਮੰਨ ਲਓ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਫੇਵਰ ਦੇ ਵਿੱਚ ਨਹੀਂ ਹੈ, ਸਾਡੇ ਹਿੱਤ ਦੇ ਵਿੱਚ ਨਹੀਂ ਹੈ, ਜਾਂ ਪੰਜਾਬ ਦੇ ਹਿੱਤ ਦੇ ਵਿੱਚ ਨਹੀਂ ਹੈ, ਤਾਂ ਜਿਹੜਾ ਟਾਰਗੇਟ ਰੱਖਿਆ ਹੈ ਪੰਜਾਬ ਦੀ ਗੌਰਮੈਂਟ ਨੇ ਕਿ ਸਾਨੂੰ ਆਬਕਾਰੀ ਤੋਂ 9600 ਕਰੋੜ ਰੁਪਈਆ ਆ ਜਾਊਗਾ, ਕੀ ਉਹ ਵੀ ਪ੍ਰਭਾਵਿਤ ਨਹੀਂ ਹੋਏਗਾ? ਉਹ ਟੀਚਾ ਪੂਰਾ ਹੋ ਸਕਦਾ? ਜੇ ਉਹ ਟੀਚਾ ਪੂਰਾ ਨਹੀਂ ਹੋ ਸਕਦਾ ਤਾਂ ਇੱਕ ਬੜਾ ਵੱਡਾ ਜਿਹੜਾ ਪਹਿਲਾਂ ਹੀ ਪਾਲਿਸੀ ਲਾਗੂ ਹੋਣ ਤੋਂ ਪਹਿਲਾਂ ਇੱਕ ਘਾਟਾ ਜਿਹੜਾ ਜਾਂ ਇੱਕ ਭਰੋਸੇਯੋਗਤਾ ਦਾ ਸਵਾਲ ਜਿਹੜਾ ਉਹ ਪੈਦਾ ਹੋ ਜਾਊਗਾ। ਇਹ ਕਾਫੀ ਵੱਡਾ ਕੁਐਸਚਨ, ਮਤਲਬ ਉਹਦਾ ਜਾਂ ਤਾਂ ਤਰੱਦਦ ਕਰਦੀ ਸਰਕਾਰ ਹੁਣ ਤੱਕ, ਬਹੁਤ ਨੇੜੇ ਆ ਗਿਆ ਕੰਮ, ਉਹਨਾਂ ਨੂੰ ਮਨਾਉਂਦੀ ਕਿਸੇ ਤਰੀਕੇ ਦੇ ਨਾਲ, ਜੇ ਨਹੀਂ ਮਨਾਉਂਦੀ ਤਾਂ ਜਿਹੜੀ ਗੱਲ ਉਹਨਾਂ ਨੂੰ ਠੀਕ ਲੱਗਦੀ ਹੈ ਫਿਰ ਉਹਦੇ ਥਰੂ ਹੋਰ ਤਰੀਕੇ ਦੇ ਨਾਲ ਅੱਗੇ ਆਕਸ਼ਨਾਂ ਦੇ ਮਾਮਲੇ ਦੇ ਵਿੱਚ ਜਿਹੜੇ ਠੇਕਿਆਂ ਦੀਆਂ ਬੋਲੀਆਂ ਵੀ ਹੋਣੀਆਂ ਨੇ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ, ਪਰ ਉਹ ਫਸਿਆ ਹੋਇਆ ਹਜੇ ਮਾਮਲਾ ਲੱਗਦਾ। ਇਸੇ ਕਰਕੇ ਇਹ ਡਿਬੇਟ ਵੀ ਹੋ ਰਹੀ ਹੈ ਬਜਟ ਦੇ ਉੱਤੇ। ਉਹ ਇਹ ਡਿਬੇਟ ਹੋ ਰਹੀ ਹੈ ਕਿ ਤੁਸੀਂ ਪੈਸੇ ਕਿੱਥੋਂ ਲਿਆਓਗੇ, ਜਦ ਇੰਨਾ ਵੱਡਾ ਘਾਟਾ ਤਾਂ ਪੈਸੇ ਆਉਣਗੇ ਕਿੱਥੋਂ? ਇਹਦੇ ਲਈ ਸਰਕਾਰ ਦੱਸਣ 'ਚ ਅਜੇ ਕਾਮਯਾਬ ਨਹੀਂ ਹੋਈ ਪੈਸੇ ਆਉਣਗੇ ਕਿੱਥੋਂ। ਆਬਕਾਰੀ ਡਿਊਟੀ 'ਤੇ ਵੀ ਉਹ ਪੂਰੀ ਤਰ੍ਹਾਂ ਨਿਸ਼ਚਿੰਤ ਨਹੀਂ ਹੈ
ਕਿਉਂਕਿ ਉਹਦੇ ਤੇ ਰੌਲਾ ਖੜਾ ਹੋ ਗਿਆ। ਬਿਲਕੁਲ ਰੇਤੇ ਬਾਰੇ ਅਜੇ ਕੋਈ ਪਾਲਿਸੀ ਹੈ ਨਹੀਂ ਤਾਂ ਕਿ ਉਹਦੇ 'ਚੋਂ ਜ਼ਿਆਦਾ ਪੈਸੇ ਇਸ ਲੈਵਲ ਦੇ ਉੱਤੇ ਬਣਾਏ ਜਾ ਸਕਣ। ਅਤੇ ਇਹ ਸਾਰਿਆਂ ਤੋਂ ਵੱਡਾ ਸਵਾਲ ਪੰਜਾਬ ਦੀ ਸਰਕਾਰ ਦੇ ਸਾਹਮਣੇ ਖੜ੍ਹਾ ਹੈ ਔਰ ਇਹ ਬਜਟ ਸੈਸ਼ਨ ਦੇ ਦੌਰਾਨ ਵੀ ਚਰਚਾ ਦਾ ਵਿਸ਼ਾ ਰਹੂਗਾ ਅਤੇ ਇਹਦੇ ਤੋਂ ਬਾਅਦ ਵੀ ਜੇ ਚਰਚਾ ਇੱਥੇ ਨਾ ਵੀ ਹੋਵੇ ਤਾਂ ਵੀ ਜਦੋਂ ਸਰਕਾਰਾਂ ਕੋਲ ਪੈਸੇ ਦੀ ਕਿੱਲਤ ਹੁੰਦੀ ਹੈ ਤਾਂ ਬਹੁਤ ਸਾਰੇ ਕੰਮ, ਵਿਕਾਸ ਕੰਮ ਤਾਂ ਹੁੰਦੇ ਹੀ ਨਹੀਂ ਅਤੇ ਹੋਰ ਕੰਮ ਵੀ ਰੁਕਣੇ ਸ਼ੁਰੂ ਹੋ ਜਾਂਦੇ ਨੇ ਕਿਸੇ ਨਾ ਕਿਸੇ ਰੂਪ 'ਚ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।